वीडियो देख रहे सारे विद्यार्थियों ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਇਹ ਵੀਡੀਓ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਅੱਜ ਇਸ ਵੀਡੀਓ ਵਿੱਚ ਆਪਾਂ ਅਭਿਆਸ 1.5 ਦਾ ਜਿਹੜਾ ਲਾਸਟ ਕੁਐਸਚਨ ਹੈ ਉਹ ਡਿਸਕਸ ਕਰਾਂਗੇ। ਠੀਕ ਹੈ, ਇੱਕ ਕੁਐਸਚਨ ਹੈ ਜਿਹੜਾ ਸਕੁਆਇਰ ਰੂਟ ਆਫ 9.3 ਹੈ 9.3 ਦਾ ਵਰਗਮੂਲ ਸੰਖਿਆ ਰੇਖਾ ਦੇ ਉੱਤੇ ਆਪਾਂ ਦਰਸਾਉਣਾ ਹੈ। ਇਹ ਨੰਬਰ 9. ਵਰਗਮੂਲ 3 ਇਹ ਫਿਰ ਮੈਂ ਨੈਕਸਟ ਵੀਡੀਓ ਦੇ ਵਿੱਚ ਇਹਦੇ ਵਾਸਤੇ ਅਲੱਗ ਇੱਕ ਵੀਡੀਓ ਬਣਾਵਾਂਗਾ। ਅੱਜ ਅਸੀਂ ਇਸ ਤੋਂ ਅਗਲਾ ਕੁਐਸਚਨ ਤੇ ਐਕਸਰਸਾਈਜ਼ 1.6 ਦੇ ਕੁਐਸਚਨ ਜਿਹੜੇ ਇਸ ਵੀਡੀਓ ਦੇ ਵਿੱਚ ਉਹ ਡਿਸਕਸ ਕਰਾਂਗੇ ਸਾਰੇ। ਠੀਕ ਹੈ, ਤਾਂ ਆਓ ਦੇਖਦੇ ਹਾਂ ਐਕਸਰਸਾਈਜ਼ 1.5 ਦਾ ਜਿਹੜਾ ਲਾਸਟ ਕੁਐਸਚਨ ਹੈ ਸਾਡੇ ਕੋਲ ਪਰਮੇਈਕਰਨ ਉਹ ਕਿਵੇਂ ਆਪਾਂ ਕਰਨਾ ਹੈ। ਠੀਕ, ਹਾਂਜੀ ਸਟੂਡੈਂਟਸ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇਹ 4th ਕੁਐਸਚਨ ਹੈ ਜਿਹੜਾ ਅਸੀਂ ਬਾਅਦ ਦੇ ਵਿੱਚ ਕਰਾਂਗੇ। ਠੀਕ ਹੈ, ਕੰਸਟਰਕਸ਼ਨ ਵਾਲਾ ਕੁਐਸਚਨ ਹੈ, ਇਹਦੇ ਵਿੱਚ ਕੰਸਟਰਕਸ਼ਨ ਥੋੜੀ ਕਰਨੀ ਹੈ, ਇਹਦੀ ਮੈਂ ਅਲੱਗ ਵੀਡੀਓ ਬਣਾਵਾਂਗੇ। ਠੀਕ ਹੈ, तो अज असी 5वां क्वेश्चन जोड़ा वो पहला करांगे। 5वां क्वेश्चन साडे कोल है हेठ लिखियां दे हरां दा प्रमेयीकरण करो। प्रमेयीकरण मतलब इनू असी बोलते हैं रैशनलाइजेशन। ठीक है, डिनोमीनेटर्स दी डिनोमीनेटर नू आपां रैशनलाइज करना है इहदे विच। ठीक है, वो किवें करना है आपां देखदे हां। ਜਦੋਂ ਵੀ ਸਾਡੇ ਕੋਲ ਕੁਐਸਚਨ ਦੇ ਵਿੱਚ ਐਕਸਪ੍ਰੈਸ਼ਨ ਦੇ ਵਿੱਚ ਡਿਨੋਮੀਨੇਟਰ ਦੇ ਵਿੱਚ ਸਕੁਆਇਰ ਰੂਟ ਹੋਵੇ, ਡਿਨੋਮੀਨੇਟਰ ਦੇ ਵਿੱਚ ਸਾਡੇ ਕੋਲ ਵਰਗਮੂਲ ਵਾਲਾ ਜਿਹੜਾ ਕੋਈ ਨਾ ਕੋਈ ਨੰਬਰ ਹੈ, ਕੋਈ ਅਪਰਮੇय ਸੰਖਿਆ ਹੈ, ਜਿਵੇਂ ਪਹਿਲੇ ਦੇ ਵਿੱਚ ਵਰਗਮੂਲ 7 ਹੈ। ਦੂਜੇ ਸਵਾਲ ਤੁਸੀਂ ਦੇਖ ਸਕਦੇ ਹੋ ਕਿ ਡਿਨੋਮੀਨੇਟਰ ਜਿਹੜਾ ਹਰ ਹੈ ਸਾਡੇ ਕੋਲ ਉਹ ਵਰਗਮੂਲ 7 ਘਟਾਓ ਵਰਗਮੂਲ 6 ਹੈ। ਇਸੇ ਤਰ੍ਹਾਂ ਤੀਜਾ ਸਵਾਲ 1 ਵਰਗਮੂਲ 5 ਜਮਾ ਵਰਗਮੂਲ 2, ਇਸੇ ਤਰ੍ਹਾਂ ਵਰਗਮੂਲ 7 ਘਟਾਓ 2। ठीक है, तो ये सारिਆਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਸਾਡੇ ਕੋਲ ਹਰ ਹੈ ਉਹ ਸਾਰਿਆਂ 'ਚ ਅਪਰਮੇय ਸੰਖਿਆਵਾਂ ਨੇ, ਇਰੈਸ਼ਨਲ ਨੰਬਰਸ ਨੇ। ਠੀਕ ਹੈ, ਤਾਂ ਇਹਨਾਂ ਨੂੰ ਕਿਵੇਂ ਅਸੀਂ ਇਹਨਾਂ ਦਾ ਪਰਮੇਈਕਰਨ ਕਿਵੇਂ ਕਰਨਾ ਹੈ ਡਿਨੋਮੀਨੇਟਰ ਦਾ ਉਹ ਆਪਾਂ ਦੇਖਾਂਗੇ। ਠੀਕ ਹੈ, ਇਹ ਰੈਸ਼ਨਲਾਈਜੇਸ਼ਨ ਹੈ ਜਿਹੜਾ ਬਹੁਤ ਜਗ੍ਹਾ ਅੱਗੇ ਯੂਜ਼ ਹੁੰਦੀ ਹੈ, ਬਹੁਤ ਸਾਰੇ ਕੁਐਸਚਨਸ ਦੇ ਵਿੱਚ, ਬਹੁਤ ਸਾਰੇ ਟੌਪਿਕਸ ਦੇ ਵਿੱਚ, ਇਸ ਕਰਕੇ ਇਹਨੂੰ ਬੜੇ ਧਿਆਨ ਦੇ ਨਾਲ ਆਪਾਂ ਸਿੱਖਣਾ ਹੈ। ਠੀਕ ਹੈ, ਤਾਂ ਆਓ ਦੇਖਦੇ ਹਾਂ ਆਪਾਂ ਸਭ ਤੋਂ ਪਹਿਲਾਂ 1 ਵਰਗਮੂਲ 7 ਦਾ ਪਰਮੇਈਕਰਨ ਆਪਾਂ ਕਿਵੇਂ ਕਰਨਾ ਜੀ। ਤੇ 5ਵੇਂ ਸਵਾਲ ਦਾ ਜਿਹੜਾ ਸਾਡੇ ਕੋਲ ਪਹਿਲਾ ਪਾਰਟ ਹੈ ਉਹ ਹੈ 1 ਵਰਗਮੂਲ 7। 1 ਵਰਗਮੂਲ 7 ਦਾ ਅਸੀਂ ਪਰਮੇਈਕਰਨ ਕਰਨਾ ਹੈ। ਠੀਕ ਹੈ, ਤਾਂ ਬਹੁਤ ਸੌਖਾ ਹੈ, ਆਪਾਂ ਕਰਨਾ ਇਹਦੇ ਵਿੱਚ ਕੀ ਹੈ। ਹਾਂਜੀ, ਤਾਂ 1 ਵਰਗਮੂਲ 7 ਹੈ। ਆਪਾਂ ਕੀ ਕਰਨਾ ਇਹਦੇ ਵਿੱਚ ਜੋ ਵੀ ਸਾਡੇ ਕੋਲ ਸੰਖਿਆ ਹੈ ਥੱਲੇ, ਜਿਵੇਂ ਵਰਗਮੂਲ 7 ਹੈ ਤਾਂ ਅਸੀਂ ਇਹਨੂੰ ਹਰ ਨੂੰ ਵੀ, ਅੰਸ਼ ਨੂੰ ਵੀ ਤੇ ਹਰ ਨੂੰ ਵੀ, ਦੋਨਾਂ ਨੂੰ ਵਰਗਮੂਲ 7 ਦੇ ਨਾਲ ਗੁਣਾ ਕਰ ਲਾਂਗੇ ਆਪਾਂ। ਠੀਕ ਹੈ, ਤਾਂ ਇਹ ਸਾਡੇ ਕੋਲ ਬਣ ਜਾਏਗਾ 1 ਗੁਣਾ 7 ਜਿਹੜਾ ਹੈ ਅੰਸ਼ ਉਹ ਸਾਡੇ ਕੋਲ ਵਰਗਮੂਲ 7 ਦੇ ਬਰਾਬਰ ਹੋ ਜਾਏਗਾ। 1 ਗੁਣਾ ਵਰਗਮੂਲ 7 ਤੇ ਹੇਠਾਂ ਜਿਹੜਾ ਸਾਡੇ ਕੋਲ ਇਹ 7 ਦੇ ਬਰਾਬਰ ਆ ਜਾਏਗਾ। ਠੀਕ ਹੈ, ਸਾਨੂੰ ਪਤਾ ਹੈ ਕਿ ਵਰਗਮੂਲ x ਗੁਣਾ ਵਰਗਮੂਲ x ਜਿਹੜਾ ਹੁੰਦਾ ਹੈ ਉਹ ਸਾਡੇ ਕੋਲ x ਦੇ ਬਰਾਬਰ ਹੁੰਦਾ ਹੈ। ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਜਿਹੜੀ x ਦੀ ਘਾਤ ਸਾਡੇ ਕੋਲ ਜਿਹੜਾ x ਦਾ ਵਰਗਮੂਲ ਹੁੰਦਾ ਹੈ ਇਹ ਸਾਡੇ ਕੋਲ ਐਕਚੁਅਲ ਦੇ ਵਿੱਚ ਇਹ ਸਾਡੇ ਕੋਲ x ਦੀ ਘਾਤ 1/2 ਹੁੰਦਾ ਹੈ। ਠੀਕ ਹੈ ਨਾ, ਤਾਂ ਜਦੋਂ ਅਸੀਂ ਵਰਗਮੂਲ x ਗੁਣਾ ਵਰਗਮੂਲ x ਕਰਦੇ ਹਾਂ ਤਾਂ ਇਹ ਸਾਡੇ ਕੋਲ ਕੀ ਹੋ ਜਾਂਦਾ x raised to power 1/2 into x raised to power 1/2। ਤਾਂ x ਆਧਾਰ ਸਾਡੇ ਕੋਲ ਜਦੋਂ ਇੱਕੋ ਜਿਹੇ ਹੋਣ ਤਾਂ ਜਿਹੜੀਆਂ ਘਾਤਾਂ ਨੇ ਉਹ ਆਪਸ ਦੇ ਵਿੱਚ ਜੁੜ ਜਾਂਦੀਆਂ ਨੇ। ਤਾਂ ਜਦੋਂ ਸਾਡੇ ਕੋਲ x ਦੀ ਘਾਤ 1/2 ਹੈ ਗੁਣਾ ਫਿਰ x ਦੀ ਘਾਤ 1/2 ਹੈ ਤਾਂ x ਥੱਲੇ ਸਾਡੇ ਕੋਲ ਇੱਕ ਵਾਰ ਆ ਜਾਏਗਾ ਔਰ ਜਿਹੜੀਆਂ ਘਾਤਾਂ ਨੇ ਇਹਦੀਆਂ ਉਹ ਆਪਸ ਜੁੜ ਜਾਣਗੀਆਂ। ਅੱਧਾ ਸਾਡੇ ਕੋਲ ਕੀ ਹੋ ਜਾਂਦਾ 1, ਤਾਂ ਇਹ x raised to power 1 ਬਣ ਜਾਂਦਾ। ਠੀਕ ਹੈ, ਤਾਂ ਇਸੇ ਲਈ ਆਪਾਂ ਕਹਿ ਸਕਦੇ ਹਾਂ ਕਿ ਵਰਗਮੂਲ x ਗੁਣਾ ਵਰਗਮੂਲ x ਇਹ ਸਾਡੇ ਕੋਲ ਕਿਹਦੇ ਬਰਾਬਰ ਹੁੰਦਾ x ਦੇ ਬਰਾਬਰ ਹੁੰਦਾ। ਠੀਕ ਹੈ, ਇਸੇ ਤਰ੍ਹਾਂ ਸਾਡੇ ਕੋਲ ਇਹ ਜਿਹੜਾ ਵਰਗਮੂਲ 7 ਤੇ ਵਰਗਮੂਲ 7 ਹੈ ਗੁਣਾ ਹੋ ਕੇ ਸਾਡੇ ਕੋਲ 7 ਬਣ ਜਾਂਦਾ। ਠੀਕ ਹੈ, ਇਹੀ ਸਾਡੇ ਕੋਲ ਇਸ ਸਵਾਲ ਦਾ ਆਨਸਰ ਹੈ। ਕਰਨਾ ਕੀ ਸੀ ਆਪਾਂ ਇਹਦੇ 'ਚ ਹਰ ਦਾ ਪਰਮੇਈਕਰਨ ਕਰਨਾ ਸੀ। ਕਹਿਣ ਦਾ ਮਤਲਬ ਹੈ ਜਿਹੜਾ ਹਰ ਹੈ ਸਾਡੇ ਕੋਲ ਉਹ ਇੱਕ ਅਪਰਮੇय ਸੰਖਿਆ ਸੀ, ਪਰ ਅਸੀਂ ਇੱਕ ਇਹੋ ਜਿਹੀ ਸੰਖਿਆ ਬਣਾਉਣੀ ਸੀ ਜਿਹਦੇ ਵਿੱਚ ਹਰ ਜਿਹੜਾ ਸਾਡੇ ਕੋਲ ਉਹ ਕੀ ਇੱਕ ਪਰਮੇय ਸੰਖਿਆ ਬਣ ਜਾਏ। ਠੀਕ ਹੈ, ਇਹਦੇ 'ਚ ਹੁਣ 7 ਜਿਹੜਾ ਥੱਲੇ ਉਹ ਪਰਮੇय ਸੰਖਿਆ ਬਣ ਗਿਆ ਹੈ। ਠੀਕ ਹੈ, ਤਾਂ ਇਸ ਤੋਂ ਬਾਅਦ ਇਹਦੇ ਤੋਂ ਇਲਾਵਾ ਸਾਡੇ ਕੋਲ ਇੱਥੇ 1 ਵਰਗਮੂਲ ਅਗਰ 2 ਹੁੰਦਾ ਤਾਂ ਅਸੀਂ ਵਰਗਮੂਲ 2 ਦੇ ਨਾਲ ਗੁਣਾ ਕਰ ਦਿੰਦੇ। ਠੀਕ ਹੈ, ਅਗਰ ਸਾਡੇ ਕੋਲ ਵਰਗਮੂਲ 5 ਹੁੰਦਾ ਫਿਰ ਅਸੀਂ ਵਰਗਮੂਲ 5 ਦੇ ਨਾਲ ਗੁਣਾ ਕਰ ਦਿੰਦੇ। ਸੋ ਇਹ ਡਿਪੈਂਡ ਕਰਦਾ ਕਿ ਸਾਡੇ ਕੋਲ ਜਿਹੜਾ ਕੁਐਸਚਨ ਦੇ ਵਿੱਚ ਜਿਹੜਾ ਕਿਸ ਸੰਖਿਆ ਦਾ ਵਰਗਮੂਲ ਹੇਠਾਂ ਦਿੱਤਾ ਹੋਇਆ। ਠੀਕ ਹੈ, ਤਾਂ ਜਿਵੇਂ ਦਾ ਵਰਗਮੂਲ ਥੱਲੇ ਦਿੱਤਾ ਹੋਇਆ ਉਸ ਵਰਗਮੂਲ ਨੂੰ ਖਤਮ ਕਰਨ ਵਾਸਤੇ ਆਪਾਂ ਉਸੇ ਢੰਗ ਦੇ ਨਾਲ ਨੰਬਰ ਚੂਜ਼ ਕਰ ਲਾਂਗੇ। ਠੀਕ, ਇਸ ਤੋਂ ਬਾਅਦ ਸੈਕਿੰਡ ਕੁਐਸਚਨ ਦੇਖਦੇ ਆਪਾਂ ਇਹਦਾ। ਸੈਕਿੰਡ ਪਾਰਟ ਸਾਡੇ ਕੋਲ ਇਹਦਾ ਹੈ 1 ਵਰਗਮੂਲ 7 ਘਟਾਓ ਵਰਗਮੂਲ 6। ਠੀਕ ਹੈ, 1 ਵਰਗਮੂਲ 7 ਘਟਾਓ ਵਰਗਮੂਲ 6। ਹੁਣ ਇਹਦਾ ਪਰਮੇਈਕਰਨ ਆਪਾਂ ਕਿਵੇਂ ਕਰਨਾ ਹੈ, ਇਹਨੂੰ ਆਪਾਂ ਕਿਵੇਂ ਰੈਸ਼ਨਲਾਈਜ਼ ਕਰਨਾ ਹੈ। 1 ਵਰਗਮੂਲ 7 ਘਟਾਓ ਵਰਗਮੂਲ 6 ਹਮੇਸ਼ਾ ਯਾਦ ਰੱਖਣਾ ਹੈ ਜਦੋਂ ਸਾਡੇ ਕੋਲ ਇਸ ਤਰ੍ਹਾਂ ਅਪਰਮੇय ਸੰਖਿਆ ਦਿੱਤੀ ਹੋਈ ਹੈ ਨੀਚੇ, ਇਹ ਸਾਡੇ ਕੋਲ 1 ਵਰਗਮੂਲ 7 ਅਪਰਮੇय ਸੰਖਿਆ ਹੈ, 1 ਵਰਗਮੂਲ 6 ਅਪਰਮੇय ਸੰਖਿਆ ਹੈ। ਔਰ ਅਪਰਮੇय ਸੰਖਿਆ ਨੂੰ ਜਦੋਂ ਅਸੀਂ ਅਪਰਮੇय ਸੰਖਿਆ ਦੇ ਵਿੱਚੋਂ ਘਟਾਉਂਦੇ ਹਾਂ ਤਾਂ ਸਾਡੇ ਕੋਲ ਜ਼ਰੂਰੀ ਨਹੀਂ ਹਰ ਵਾਰ ਪਰਮੇय ਸੰਖਿਆ ਬਣੇ, ਅਪਰਮੇय ਵੀ ਬਣ ਸਕਦੀ ਹੈ, ਪਰਮੇय ਵੀ।
ਸੋ ਜਦੋਂ ਅਸੀਂ ਅਪਰਮੇय ਸੰਖਿਆ ਵਰਗਮੂਲ 7 ਦੇ ਵਿੱਚੋਂ ਅਪਰਮੇय ਸੰਖਿਆ ਵਰਗਮੂਲ 6 ਨੂੰ ਘਟਾਇਆ ਤਾਂ ਸਾਡੇ ਕੋਲ ਇਹ ਵੀ ਇੱਕ ਅਪਰਮੇय ਸੰਖਿਆ ਹੀ ਬਣਦੀ ਹੈ। ਤੋ ਇਹਨੂੰ ਪ੍ਰਮੇय ਬਣਾਉਣ ਦੇ ਲਈ ਆਪਾਂ ਕੀ ਕਰਨਾ ਹੈ, ਅਗਰ ਸਾਡੇ ਕੋਲ ਜਿਵੇਂ ਹਰ ਦੇ ਵਿੱਚ ਇਹ ਤੁਹਾਡੇ ਕੋਲ ਹੋਰ ਵੀ ਕੁਐਸਚਨ ਆਣਗੇ, ਕਿਸੇ ਦੇ ਵਿੱਚ ਜਿਹੜਾ ਇੱਥੇ ਸਾਈਨ ਹੈ ਉਹ ਮਾਈਨਸ ਦਾ ਹੋਏਗਾ, ਕਿਸੇ ਦੇ ਵਿੱਚ ਪਲੱਸ ਦਾ ਹੋਏਗਾ। ਇਹਦੇ 'ਚ ਹੁਣ ਸਾਡੇ ਕੋਲ ਘਟਾਓ ਦਾ ਨਿਸ਼ਾਨ ਹੈ, ਤਾਂ ਅਸੀਂ ਕੀ ਕਰਨਾ ਹੈ, ਅਸੀਂ ਇਹ ਦੋਨੋਂ ਅਪਰਮੇय ਸੰਖਿਆਵਾਂ ਦੇ ਵਿਚਕਾਰ ਪਲੱਸ ਦਾ ਸਾਈਨ ਲਗਾ ਕੇ ਅੰਸ਼ ਤੇ ਹਰ ਦੋਨਾਂ ਨੂੰ ਗੁਣਾ ਕਰ ਦੇਣੀ ਹੈ। ਭਾਵ ਕਿ ਅੰਸ਼ ਨੂੰ ਵੀ ਵਰਗਮੂਲ 7 ਜਮਾ ਵਰਗਮੂਲ 6 ਨਾਲ ਗੁਣਾ ਕਰਨਾ ਹੈ ਤੇ ਹਰ ਨੂੰ ਵੀ ਵਰਗਮੂਲ 7 ਜਮਾ ਵਰਗਮੂਲ 6 ਦੇ ਨਾਲ ਗੁਣਾ ਕਰਨਾ ਹੈ ਆਪਾਂ, ਠੀਕ ਹੈ। ਤੋ ਇਹਦੇ ਨਾਲ ਕੀ ਹੋਏਗਾ, ਸਾਡੇ ਕੋਲ ਦੇਖੋ ਜਿਹੜਾ ਅੰਸ਼ ਹੈ ਉਹ ਤਾਂ 1 ਗੁਣਾ ਵਰਗਮੂਲ 7 ਜਮਾ ਵਰਗਮੂਲ 6, ਇਹ ਤਾਂ ਵਰਗਮੂਲ 7 ਜਮਾ ਵਰਗਮੂਲ 6 ਹੀ ਬਚੇਗਾ, ਠੀਕ ਹੈ। ਪਰ ਜਿਹੜਾ ਸਾਡੇ ਕੋਲ ਹਰ ਹੈ, ਡਿਨੋਮੀਨੇਟਰ ਹੈ, ਉਹਦੇ ਵਿੱਚ ਹੁਣ ਸਾਡੇ ਕੋਲ ਅਸੀਂ ਫਾਰਮੂਲਾ ਯੂਜ਼ ਕਰਨਾ। ਕਿਹੜਾ ਫਾਰਮੂਲਾ, ਅਗਰ a ਮਾਈਨਸ b ਇੰਟੂ a ਪਲੱਸ b ਹੋਏ ਤਾਂ ਇਹਨੂੰ ਅਸੀਂ ਕੀ ਲਿਖਦੇ ਹੁੰਦੇ ਹਾਂ, ਇਹ ਸਾਡੇ ਕੋਲ ਫਾਰਮੂਲਾ ਬਣ ਜਾਂਦਾ a ਸਕੁਆਇਰ ਮਾਈਨਸ b ਸਕੁਆਇਰ ਦਾ, ਠੀਕ ਹੈ। ਤੋ ਵਰਗਮੂਲ 7 ਅਗਰ a ਹੈ, ਵਰਗਮੂਲ 6 ਅਗਰ b ਹੈ ਤਾਂ ਇਹ ਸਾਡੇ ਕੋਲ a ਘਟਾਓ b ਬਣ ਜਾਏਗਾ ਔਰ ਇਹ ਸਾਡੇ ਕੋਲ a ਜਮਾ b ਬਣ ਜਾਏਗਾ। ਤੋ ਅਲਟੀਮੇਟਲੀ ਫਾਰਮੂਲਾ ਯੂਜ਼ ਕਰਕੇ ਸਾਡੇ ਕੋਲ ਕੀ ਬਣਦਾ ਹੈ, ਵਰਗਮੂਲ 7 ਦਾ ਵਰਗ ਮਾਈਨਸ ਵਰਗਮੂਲ 6 ਦਾ ਵਰਗ, ਠੀਕ ਹੈ ਜੀ। ਤੋ ਇਸ ਤੋਂ ਬਾਅਦ ਅਗਲੇ ਸਟੈਪ ਦੇ ਵਿੱਚ ਹੁਣ ਅਸੀਂ ਕੀ ਕਰਨਾ ਹੈ, ਵਰਗਮੂਲ 7 ਜਮਾ ਵਰਗਮੂਲ 6 ਔਰ ਹਰ ਦੇ ਵਿੱਚ ਸਾਡੇ ਕੋਲ ਜਿਹੜਾ ਵਰਗਮੂਲ ਤੇ ਵਰਗ ਹੈ ਇਹ ਦੋਨੋਂ ਆਪਸ ਦੇ ਵਿੱਚ ਕੱਟੇ ਜਾਂਦੇ ਨੇ। ਸਾਡੇ ਕੋਲ ਇੱਥੇ 7 ਬਚੇਗਾ ਔਰ ਇਸੇ ਤਰ੍ਹਾਂ ਇਹ 2 ਤੇ ਇਹ ਵਰਗਮੂਲ 2 ਖਤਮ ਹੋ ਜਾਣਗੇ, ਇਹ ਸਾਡੇ ਕੋਲ 6 ਬਚੇਗਾ, ਠੀਕ ਹੈ। 7 ਦੇ ਵਿੱਚੋਂ ਜਦੋਂ ਅਸੀਂ 6 ਮਾਈਨਸ ਕਰਾਂਗੇ ਤਾਂ ਇਹ ਸਾਡੇ ਕੋਲ 1 ਆਏਗਾ। ਤੋ ਲਾਸਟ ਜਿਹੜਾ ਸਾਡੇ ਕੋਲ ਆਨਸਰ ਹੈ ਉਹ ਕੀ ਬਣ ਜਾਏਗਾ, ਵਰਗਮੂਲ 7 ਜਮਾ ਵਰਗਮੂਲ 6 ਵਟਾ 1 ਤੁਸੀਂ ਲਿਖਣਾ ਚਾਹੋ ਤੇ ਲਿਖ ਸਕਦੇ ਹੋ, ਠੀਕ। ਤੋ ਇਸ ਤਰ੍ਹਾਂ ਅਸੀਂ ਦੇਖਿਆ ਕਿ ਜਿਹੜੀ ਸਾਡੇ ਕੋਲ ਅਪਰਮੇय ਸੰਖਿਆ ਦਿੱਤੀ ਹੋਈ ਸੀ 1 ਵਟਾ ਵਰਗਮੂਲ 7 ਘਟਾਓ ਵਰਗਮੂਲ 6, ਠੀਕ ਹੈ, ਇਹਦਾ ਜਦੋਂ ਅਸੀਂ ਪ੍ਰਮੇਯੀਕਰਨ ਕੀਤਾ ਤਾਂ ਇਹ ਸਾਡੇ ਕੋਲ ਵਰਗਮੂਲ 7 ਜਮਾ ਵਰਗਮੂਲ 6 ਦੇ ਬਰਾਬਰ ਬਣ ਜਾਂਦੀ ਹੈ, ਠੀਕ ਹੈ। ਇਸੇ ਤਰ੍ਹਾਂ ਅਗਰ ਸਾਡੇ ਕੋਲ ਇੱਥੇ ਘਟਾਓ ਦੀ ਜਗ੍ਹਾ ਤੇ ਜਮਾ ਦਾ ਨਿਸ਼ਾਨ ਹੁੰਦਾ, ਅਗਰ ਇਹ ਸਾਡੇ ਕੋਲ ਘਟਾਓ ਦੀ ਜਗ੍ਹਾ ਤੇ ਜਮਾ ਦਾ ਨਿਸ਼ਾਨ ਹੁੰਦਾ, ਫਿਰ ਜਦੋਂ ਅਸੀਂ ਮਲਟੀਪਲਾਈ ਕਰਨਾ ਸੀ ਅਸੀਂ ਇੱਥੇ ਜਿਹੜਾ ਸੀ ਉਹ ਘਟਾਓ ਦਾ ਸਾਈਨ ਯੂਜ਼ ਕਰ ਲੈਣਾ ਸੀ, ਘਟਾਓ ਦਾ ਨਿਸ਼ਾਨ ਯੂਜ਼ ਕਰ ਲੈਣਾ ਸੀ, ਠੀਕ ਹੈ। ਅਗਲੇ ਕੁਐਸਚਨ ਦੇ ਵਿੱਚ ਸਾਡੇ ਕੋਲ ਦੇਖਦੇ ਹਾਂ, ਉੱਥੇ ਵਰਗਮੂਲ 5 ਜਮਾ ਵਰਗਮੂਲ 2 ਹੈ, ਉਹ ਮੈਂ ਤੁਹਾਨੂੰ ਕਰਵਾ ਦਿਆਂਗਾ ਇਹਦੇ 'ਚ। ਥਰਡ ਕੁਐਸਚਨ ਸਾਡੇ ਕੋਲ ਹੈ 1 upon ਸਕੁਆਇਰ ਰੂਟ ਆਫ 5 ਪਲੱਸ ਸਕੁਆਇਰ ਰੂਟ ਆਫ 2, ਠੀਕ ਹੈ। 1 ਵਟਾ ਵਰਗਮੂਲ 5 ਜਮਾ ਵਰਗਮੂਲ 2, ਹਾਂਜੀ ਹਰ। ਤੋ 1 ਵਟਾ ਵਰਗਮੂਲ 5 ਜਮਾ ਵਰਗਮੂਲ 2 ਦਾ ਪ੍ਰਮੇਯੀਕਰਨ ਆਪਾਂ ਕਰਨਾ ਹੈ ਇਹਦੇ ਹਰ ਦਾ। ਤਾਂ ਉਹਦੇ ਵਾਸਤੇ ਜਿਵੇਂ ਆਪਾਂ ਪਿਛਲੇ ਸਵਾਲ ਦੇ ਵਿੱਚ ਗੱਲ ਕਰਕੇ ਆਏ ਹਾਂ ਕਿ ਅਗਰ ਸਾਨੂੰ ਇੱਥੇ ਪਲੱਸ ਦਾ ਨਿਸ਼ਾਨ ਦਿੱਤਾ ਤਾਂ ਅਸੀਂ ਕੀ ਕਰਾਂਗੇ, ਅਸੀਂ ਵਰਗਮੂਲ 5 ਘਟਾਓ ਵਰਗਮੂਲ 2 ਦੇ ਨਾਲ ਅੰਸ਼ ਨੂੰ ਵੀ ਤੇ ਹਰ ਨੂੰ ਵੀ ਗੁਣਾ ਕਰ ਦਿਆਂਗੇ, ਠੀਕ ਹੈ। ਇਹਦੇ ਨਾਲ ਸਾਡਾ ਜਿਹੜਾ ਮਸਲਾ ਉਹ ਹੱਲ ਹੋ ਜਾਂਦਾ ਹੈ। ਤੋ ਬਿਲਕੁਲ ਪਿੱਛੇ ਵਾਲਾ ਫਾਰਮੂਲਾ ਇਹਦੇ 'ਚ ਵੀ ਯੂਜ਼ ਹੋਏਗਾ। ਇੱਥੇ ਸਾਡੇ ਕੋਲ ਵਰਗਮੂਲ 5 ਘਟਾਓ ਵਰਗਮੂਲ 2 ਬਣੇਗਾ ਔਰ ਹੇਠਾਂ ਵਰਗਮੂਲ 5 ਦਾ ਵਰਗ ਘਟਾਓ ਵਰਗਮੂਲ 2 ਦਾ ਵਰਗ, ਠੀਕ ਹੈ। ਫਾਰਮੂਲਾ ਉਹੀ ਆਪਾਂ ਯੂਜ਼ ਕੀਤਾ ਹੈ, a ਪਲੱਸ b ਇੰਟੂ a ਮਾਈਨਸ b ਇਕੁਅਲਸ ਟੂ a ਸਕੁਆਇਰ ਮਾਈਨਸ b ਸਕੁਆਇਰ, a ਦਾ ਵਰਗ ਮਾਈਨਸ b ਦਾ ਵਰਗ, ਠੀਕ ਹੈ ਬੱਚਿਓ। ਤੋ ਇਸ ਤੋਂ ਬਾਅਦ ਸਾਡੇ ਕੋਲ ਅੰਸ਼ ਦੇ ਵਿੱਚ ਜਿਹੜਾ ਉਹ ਤਾਂ ਬਣ ਜਾਂਦਾ ਵਰਗਮੂਲ 5 ਘਟਾਓ ਵਰਗਮੂਲ 2 ਔਰ ਹਰ ਦੇ ਵਿੱਚ ਸਾਡੇ ਕੋਲ ਕੀ ਬਣ ਜਾਂਦਾ ਹੈ, ਇਹ ਵਰਗ ਤੇ ਵਰਗਮੂਲ ਦੋਨੋਂ ਕੱਟੇ ਜਾਣਗੇ, ਸਾਡੇ ਕੋਲ ਇੱਥੇ 5 ਆ ਜਾਏਗਾ। ਇਸੇ ਤਰ੍ਹਾਂ ਇਹ ਵਰਗਮੂਲ 2 ਦਾ ਵਰਗ ਜਦੋਂ ਅਸੀਂ ਕਰਾਂਗੇ ਸਾਡੇ ਕੋਲ 2 ਆ ਜਾਏਗਾ। ਤਾਂ ਉੱਤਰ ਸਾਡੇ ਕੋਲ ਕੀ ਬਣ ਜਾਂਦਾ ਹੈ, ਵਰਗਮੂਲ 5 ਘਟਾਓ ਵਰਗਮੂਲ 2 ਵਟਾ 3, ਠੀਕ ਹੈ। ਤਾਂ ਇਹ ਸਾਡੇ ਕੋਲ ਇਸ ਕੁਐਸਚਨ ਦਾ ਆਨਸਰ ਹੈ। ਸੋ ਇਸੇ ਤਰ੍ਹਾਂ ਚੌਥਾ ਸਵਾਲ ਵੀ ਤੁਸੀਂ ਆਪਣੇ ਆਪ ਕਰ ਸਕਦੇ ਹੋ। ਫੋਰਥ ਕੁਐਸਚਨ ਜਿਹੜਾ ਸਾਡੇ ਕੋਲ ਹੈ ਉਹ ਹੈ 1 ਵਟਾ ਵਰਗਮੂਲ 7 ਘਟਾਓ ਵਰਗਮੂਲ 2। ਕਰਨ ਤੋਂ ਪਹਿਲਾਂ ਤੁਸੀਂ ਆਪਣੇ ਆਪ ਟਰਾਈ ਕਰ ਲਓ ਅੱਗੇ ਦੇਖਣ ਤੋਂ ਪਹਿਲਾਂ, ਠੀਕ ਹੈ। ਹਾਂਜੀ, 1 ਵਟਾ ਵਰਗਮੂਲ 7 ਨੂੰ ਜਦੋਂ ਅਸੀਂ 1 ਵਟਾ ਵਰਗਮੂਲ 7 ਘਟਾਓ 2 ਦਾ ਪ੍ਰਮੇਯੀਕਰਨ ਕਰਾਂਗੇ ਤਾਂ ਉਹਦੇ ਲਈ ਅਸੀਂ ਬਿਲਕੁਲ ਜਿੱਦਾਂ ਪਿੱਛੇ ਗੱਲ ਕਰਕੇ ਆਏ ਹਾਂ, ਅਗਰ ਸਾਡੇ ਕੋਲ ਇੱਥੇ ਘਟਾਓ ਦਾ ਨਿਸ਼ਾਨ ਹੈ ਤਾਂ ਆਪਾਂ ਕੀ ਕਰਨਾ ਹੈ, ਵਰਗਮੂਲ 7 ਜਮਾ 2 ਦੇ ਨਾਲ ਅੰਸ਼ ਨੂੰ ਵੀ ਤੇ ਹਰ ਨੂੰ ਵੀ ਦੋਨਾਂ ਨੂੰ ਵਰਗਮੂਲ 7 ਜਮਾ 2 ਦੇ ਨਾਲ ਅੰਸ਼ ਤੇ ਹਰ ਦੋਨਾਂ ਨੂੰ ਅਸੀਂ ਗੁਣਾ ਕਰ ਦਿਆਂਗੇ, ਠੀਕ ਹੈ। तो ये साढ़े कोल बन जाएगा वर्गमूल 7 जमा वर्गमूल 2 वर्गमूल 7 जमा 2 और अंश दे विच साढ़े कोल आ जाएगा वर्गमूल 7 दा वर्ग घटाओ 2 दा वर्ग।
ठीक है। इस बार 2 ਦੇ ਉੱਤੇ वर्ग नहीं हैगा, वर्गमूल का निशान नहीं है साडे कोल, तो अंश साडे कोल वर्गमूल 7 ਜਿਹੜਾ बटा 2 बन जाता है। और ਜਿਹੜਾ हर है वो साडे कोल वर्गमूल ते वर्ग ਜਿਹੜੇ आपस खत्म हो जाएंगे, साडे कोल इत्थे 7 आएगा, -2 का वर्ग ਜਿਹੜਾ वो 4 बन जाएगा। ठीक, तो ये साडे कोल बन जाता है वर्गमूल 7 जमा 2 बटा 3। तो 1 बटा वर्गमूल 7 ਘਟਾਓ 2 ਦੇ ਹਰ ਦਾ ਪ੍ਰਮੇਯੀਕਰਨ ਕਰਨ ਤੋਂ ਬਾਅਦ ਜਿਹੜਾ ਸਾਡੇ ਕੋਲ ਉੱਤਰ ਹੈ ਉਹ ਕੀ ਬਣਦਾ ਹੈ, वर्गमूल 7 बटा जमा 2, वर्गमूल 7 जमा 2 बटा 3। ठीक है जी। तो ये साडे कोल इस 4th क्वेश्चन का ਜਿਹੜਾ ਲਾਸਟ क्वेश्चन है साडे कोल इस अभ्यास का ਉਹਦਾ ਉੱਤਰ ਬਣ ਜਾਂਦਾ ਹੈ। ठीक, इस तो बाद ਅਸੀਂ ਅਭਿਆਸ 1.6 ਦੇ ਜਿਹੜੇ ਸਵਾਲ ਹੈ ਉਹ ਵੀ ਆਪਾਂ ਦੇਖਾਂਗੇ। ਇਸ ਤੋਂ ਬਾਅਦ ਅਭਿਆਸ 1.6 ਕਰਨ ਦੇ ਲਈ ਉਸ ਤੋਂ ਪਹਿਲਾਂ ਆਪਾਂ ਕੁਝ ਫਾਰਮੂਲੇ ਜਿਹੜੇ ਸਾਡੇ ਕੋਲ ਪੁਰਾਣੇ ਅਸੀਂ 8th ਕਲਾਸ ਦੇ ਵਿੱਚ ਵੀ ਵੈਸੇ ਪੜ੍ਹਦੇ ਹਾਂ ਉਹ ਆਪਾਂ ਥੋੜ੍ਹੀ ਜਿਹੀ ਰਿਵਾਈਜ਼ ਕਰ ਲੈਂਦੇ ਹਾਂ। ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿੱਦਾਂ ਇਹ ਸਾਡੇ ਕੋਲ ਪਹਿਲਾ ਸੂਤਰ ਹੈ, ਠੀਕ ਹੈ, ਕਿ a ਦੀ ਘਾਤ ਸਾਡੇ ਕੋਲ p ਹੈ ਗੁਣਾ a ਦੀ ਘਾਤ q ਹੈ। ਠੀਕ ਹੈ, a raised to power p into a raised to power q। तो ਆਪਾਂ ਪਹਿਲਾਂ ਵੀ ਇਹ ਗੱਲ ਕਰਕੇ ਆਏ ਹਾਂ ਕਿ ਜਦੋਂ ਆਧਾਰ ਸਾਡੇ ਕੋਲ ਬਰਾਬਰ ਹੋਣ ਫਿਰ ਅਸੀਂ ਕੀ ਕਰੀਦਾ ਹੈ, ਘਾਤਾਂ ਨੂੰ ਜੋੜ ਦਈਦਾ ਹੈ। तो a ਦੀ p ਗੁਣਾ a ਦੀ ਘਾਤ q, तो ये साडे कोल बन की जाएगा a रेज़ टू पावर p प्लस q। असी p दा ते q दा जिहड़ा पावर दे विच आपां घात दे विच जोड़ कर देना हुंदा। ठीक है, मतलब अगर मेरे कोल 5 दी घात मेरे कोल 2 है गुणा 5 दी घात 3 है तो ये मेरे कोल अल्टीमेटली जिहड़ा 5 दी घात 5 बन जाएगा। ठीक है, 2 जमा 3 जुड़ के साडे कोल 5 हो जाएगा। इसी तरह अगर साडे कोल किसी भी संख्या की घात है a की घात p है और ब्रैकेट के बाहर साडे कोल q है, तो इस केस दे विच साडे कोल जिहड़े p ते q आ वो आपस दे विच गुणा हो जाते हैं। ठीक है, जिवें अगर 3 की घात मेरे कोल 2 होए और पूरे की घात 5 होए तो ये की बन जाएगा 3 की घात 2 गुणा 5 भाव 3 रेज़ टू पावर 10, 3 की घात 10 बन जाएगा। ठीक है, और ये एक तो ही आप तीजा फॉर्मूला भी याद रख सकते हैं कि अगर तो साडे कोल गुणा है फिर तो जिहड़ियां घातां दे विच जोड़ हो जाता है घातां दा, बट अगर इत्थे भाग हो रही है a दी पावर p है बटा a दी पावर q है तो फिर साडे कोल जिहड़ियां घातां ने उन्हां दी आपस दे विच घटाओ हो जाती है। जो उपर वाले आधार की घात है p, a दी घात जो p है उहदे विचों असीं a दी घात जिहड़ी q है थल्लों q जिहड़ा वो माइनस कर देंगे, p माइनस q हो जाएगा। ठीक है, मतलब अगर 3 रेज़ टू पावर 4 है साडे कोल और थल्ले मेरे कोल 3 की घात 2 है तो ये अल्टीमेटली 3 की घात 4 घटाओ 2 हो जाएगा, भाव 3 का स्क्वायर हो जाएगा इत्थे। ठीक, इसी तरह चौथा जिहड़ा फार्मूला है अगर ए साडे कोल दो आधार दोनों अलग अलग ने पर दोनों की जिहड़ी घात है वो सेम है, जिद्दां ए दी जिहड़ी पावर है वो भी p है, जिहड़ी b दी पावर है वो भी p है, तो असीं इहनूं a b दी पावर p भी लिख सकते हैं, भाव कि आधारां दी गुणा की जा सकती है तो जिहड़ी पावर है p वो असीं बाहर इदां लिख सकते हैं। ठीक है, तो आओ इन्हां सारे सूत्रां नूं इन्हां फार्मूलाज नूं यूज़ करके आपां किवें एक्सरसाइज 1.6 के क्वेश्चन करने हैं वो आपां देखते हैं। ठीक, हाँ जी बच्चों, तो अभ्यास 1.6 जी तुम देख सकते हो, यदा पहला सवाल है साडे कोल पता करो वर्गमूल 64 की घात 1/2। 64 की घात 1/2 जो वैसे वर्गमूल 64 के बराबर ही साडे कोल आएगा, उन्होंने असीं हल कर लांगे। ठीक है, इसी तरह 32 की पावर 1/32 की घात जी 1/5 है और 125 की घात जी 1/3 है। ठीक है, तो आओ देखते हैं आप इनू किवें सिंपलीफाई करते हैं। तो अभ्यास 1.6 का पहला जो सवाल है साडे कोल फर्स्ट पार्ट असीं देखते हैं। पहले का पहला सवाल है साडे कोल 64 की घात 1/2। हाँ जी, इसका हल हुण 64 रेज़ टू पावर 1/2 है, जिहड़ा 64 की घात 1/2 घात 1/2 का होने का मतलब तुहानूं पहलां भी आपां गल कर चुके हैं, साडे कोल 64 का वर्गमूल होएगा। ठीक है, 64 का वर्गमूल साडे कोल की हुंदा 8 हुंदा। ठीक है, एक तो असीं इवें लिख सकते हैं जां आपां की कर सकते हैं, ये साडे कोल है 64 की घात 1/2 जो वैसे इन्हां सवालों सानूं करना चाहिए है। आपां 64 नूं देखांगे, 64 साडे कोल जिहड़ा 64 है वो किस नंबर का स्क्वायर है, किस नंबर का वर्ग है। 64 साडे कोल 8 का वर्ग हुंदा है, तो 64 नूं आपां लिख सकते हैं 8 का वर्ग और सारे की घात जिहड़ी 1/2। ठीक है, और हुणे असीं गल करके आए हैं बाहर कि अगर साडे कोल a की घात p होवे और फिर इस पूरे की घात जिहड़ी q होवे तो इस केस की हुंदा है p ते q जिहड़े आपस दे विच गुणा हो जाते हैं। ठीक है, तो इत्थे साडे कोल 8 की घात 2 है फिर इस पूरे की घात जिहड़ी 1/2 है, इहदा मतलब ये दोनों घातां जिहड़ियां आपस दे विच गुणा हो जाणियां चाहीदियां ने। 8 2 गुणा 1/2, तो 2 दे नाल 2 कटिया जाएगा, साडे कोले 8 ही बचेगा। ठीक है,
तो 64 रेज़ टू पावर 1/2 64 ਦੀ ਘਾਤ 1/2 ਇਹ ਸਾਡੇ ਕੋਲ 8 ਦੇ ਬਰਾਬਰ ਹੈ। ਠੀਕ ਹੈ, तो ਇਹ ਸਾਡੇ ਕੋਲ ਪਹਿਲੇ ਸਵਾਲ ਦਾ ਉੱਤਰ ਹੈ। ਇਸੇ ਤਰ੍ਹਾਂ ਦੂਸਰਾ ਸਵਾਲ ਅਸੀਂ ਦੇਖਦੇ ਹਾਂ 32 ਦੀ ਘਾਤ 1/5 ਉਹ ਵੀ ਤੁਸੀਂ ਕਰ ਸਕਦੇ ਹੋ, ਇਹ ਮੈਂ ਕਰਵਾਵਾਂਗਾ। ਤੀਜਾ ਤੁਸੀਂ ਆਪਣੇ ਆਪ ਕਰਨਾ, ਠੀਕ। 32 ਦੀ ਘਾਤ 1/5, ਠੀਕ। ਇਹਦਾ ਹੱਲ ਆਪਾਂ ਕਿਵੇਂ ਕਰਨਾ ਹੈ? 32 रेज़ टू पावर 1/5 ਸੌਰੀ। ਹੁਣ ਜਿਹੜਾ 32 ਹੈ, 32 ਨੂੰ ਅਗਰ ਅਸੀਂ 2 ਦੇ ਨਾਲ ਇਹਦਾ ਭਾਜ ਗੁਣਨਖੰਡੀਕਰਨ ਕਰਦੇ ਹਾਂ ਤਾਂ 2 ਗੁਣਾ 2 ਗੁਣਾ 2 ਗੁਣਾ 2 ਗੁਣਾ 2 5 ਵਾਰ 2 ਆਉਂਦਾ, ਫਿਰ 32 ਬਣਦਾ ਹੈ। ਠੀਕ ਹੈ, 1 दूनी 2 दूनी 4, ठीक है, 4 दूनी 8, 8 दूनी 16, 16 दूना 32। मतलब 32 ਨੂੰ ਅਸੀਂ ਕੀ ਲਿਖ ਸਕਦੇ ਹਾਂ? ਅਸੀਂ ਲਿਖ ਸਕਦੇ ਹਾਂ 2 ਦੀ ਘਾਤ 5। ठीक है, तो बाहर साढ़े कोल जिहड़ी घात 1/5 है, तो ये क्यों बन जाएगा? फिर वही साडा फार्मूला जिहड़ा असीं लास्ट यूज़ करके आए हैं कि अगर साडे कोल घात पहलां किसी नंबर दी है, फिर ब्रैकेट दे बाहर दूजी घात है, तो ये दोनों आपस दे विच की हो जाणगे, दोनों घातां गुणा हो जाणगीਆਂ ते 5 दे नाल 5 जिहड़ा कैंसल हो जाएगा। साडे कोल 2 ਦੀ घात 1 ਜਾਂ 2 ही आपां इहनूं कह सकते हैं। ठीक है, तो 32 ਦੀ घात अगर असीं 1/5 करते हैं तो ਉਹਦੀ कीमत साडे कोल जिहड़ी आ 2 बनदी है। ठीक, तो ये साडे कोल सैकेंड क्वेश्चन का आंसर है। थर्ड क्वेश्चन जिहड़ा साडे कोल है वो है 125 ਦੀ घात 1/3। ये तुसीं अपने आप करना है। तुसीं चैक करियो कि जिहड़ा 125 है ये किसी संख्या की घात 3 लिखी जा सकती है या नहीं लिखी जा सकती। ठीक है, लिखी जा सकती है, वो नंबर तुसीं अपने आप देख के इहनूं कर लेना। ठीक है, तो सैकेंड क्वेश्चन इस तो बाद आपां देखते हैं। हाँ जी, तो दूजा क्वेश्चन जिहड़ा साडे कोल है, पता करो। पहला सवाल है साडे कोल 9 ਦੀ घात है 3/2। एक आपां पहला सवाल करते हैं, ठीक है, और एक आपां चौथा सवाल करते हैं। ये दोनों तुसीं अपने आप जिहड़े करने ने बहुत ईजी ने। पहला आपां समझदे हैं इन्हां नूं असीं करना किवें। हाँ जी, तो दूजे का जिहड़ा पहला सवाल है साडे कोल वो है 9 ਦੀ घात 3/2। ਹੁਣ ਇਹਦੇ 'ਚ ਸਮਝਣ ਵਾਲੀ ਚੀਜ਼ ਪਹਿਲਾਂ ਦੇਖੋ, ਅਗਰ ਸਾਡੇ ਕੋਲ a ਦੀ ਘਾਤ ਹੈ p/q ਤਾਂ ਇਹਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ? ਦੇਖੋ p/q ਦਾ ਮਤਲਬ ਹੈ, ਆਪਾਂ ਇਹਨੂੰ ਐਵੇਂ ਕਹਿ ਹੀ ਸਕਦੇ ਹਾਂ ਕਿ p ਅਤੇ 1/2 1/q ਦੀ ਗੁਣਾ ਹੈ। ਠੀਕ ਹੈ, ਅਗਰ p ਨੂੰ ਅਸੀਂ 1/q ਨਾਲ ਗੁਣਾ ਕਰਾਂਗੇ ਤਾਂ ਉਹ ਸਾਡੇ ਕੋਲ p/q ਹੀ ਬਣੇਗਾ। ਠੀਕ ਹੈ, ਅਗਰ ਇਹ ਹੈ ਤਾਂ ਆਪਾਂ ਐਵੇਂ ਲਿਖ ਸਕਦੇ ਹਾਂ ਜਿਵੇਂ ਆਪਾਂ ਪਿਛਲੇ ਸਵਾਲ ਦੇ ਵਿੱਚ ਕਰਕੇ ਆਏ ਹਾਂ। ਅਗਰ ਇਹਨੂੰ ਮੈਂ ਲਿਖ ਸਕਦਾ a ਦੀ ਘਾਤ p ਔਰ ਫਿਰ ਸਾਰੇ ਦੀ ਘਾਤ ਜਿਹੜੀ ਉਹ q ਲਿਖਿਆ ਜਾ ਸਕਦਾ ਹੈ। ठीक है, ਜਾਂ ਇਵੇਂ ਵੀ ਹੋ ਸਕਦਾ ਸੀ ਕਿ a ਦੀ ਘਾਤ 1/q मैं अंदर लिख ली। ठीक है, ये q है और ਜਿਹੜੀ p है वो घात बाहर लिख ली। ठीक है, तो a रेज़ टू पावर p/q ਨੂੰ ਆਪਾਂ ਐਵੇਂ ਵੀ ਲਿਖ ਸਕਦੇ ਹਾਂ। ठीक, और ਆਪਾਂ ਐਵੇਂ ਵੀ ਲਿਖ ਸਕਦੇ ਹਾਂ। ਇਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਕੁਐਸਚਨ ਦੀ ਡਿਮਾਂਡ ਦੇ ਅਕੋਰਡਿੰਗ ਕੀ ਕਰਨਾ ਹੈ। ਠੀਕ, तो ਇਹਦਾ ਮਤਲਬ ਇਹ ਜਿਹੜਾ ਸਾਡੇ ਕੋਲ 3/9 ਹੈ, 9 ਦੀ ਘਾਤ 3/2 है, सॉरी, तो इनू असी 9 ਦੀ ਘਾਤ 3 फिर सारे ਦੀ ਘਾਤ 1/2 भी लिख सकते हैं। असी 9 ਦੀ ਘਾਤ 1/2 और फिर सारे ਦੀ ਘਾਤ 3 भी लिख सकते हैं। ठीक है, दोनों तरह असी इनू कर सकते हैं। तो आप देखते हैं असी इनू किवें करना है। असी ये वाला जिहड़ा तरीका है वो वरतांगे। वो क्यों वरतांगे वो आप देखते हैं। ठीक, ਜਾਂ ਅਸੀਂ ਇੱਕ ਹੋਰ ਕੰਮ ਕਰ ਸਕਦੇ ਹਾਂ। ਕਿਵੇਂ? ਦੇਖੋ ਆਪਾਂ ਲਿਖ ਸਕਦੇ ਹਾਂ 9 ਦੀ ਘਾਤ 3/2। ਹੁਣ ਜਿਹੜੀ ਅੰਦਰ ਸੰਖਿਆ ਹੈ 9, ਇਹ ਕਿਸ ਸੰਖਿਆ ਦਾ ਵਰਗ ਹੈ? ਇਹ ਸਾਡੇ ਕੋਲ 3 ਦਾ ਵਰਗ ਹੈ। तो ਆਪਾਂ ਇਹਨੂੰ ਲਿਖ ਸਕਦੇ 3 ਦਾ ਵਰਗ। ਠੀਕ, तो ਇਹ ਮੇਰੇ ਕੋਲ ਬਣ ਜਾਏਗਾ 3/2। तो ਹੁਣ ਜਿਹੜੀਆਂ ਘਾਤਾਂ ਨੇ ਉਹ ਆਪਸ ਦੇ ਵਿੱਚ ਗੁਣਾ ਹੋ ਜਾਣਗੀਆਂ। 2 ਗੁਣਾ 3/2, तो ਇਹ 2 ਦੇ ਨਾਲ 2 ਕੱਟਿਆ ਜਾਏਗਾ ਤੇ ਸਾਡੇ ਕੋਲ ਕੀ ਬਚੇਗਾ? 3 रेज़ टू पावर 3, 3 ਦੀ ਘਾਤ 3। तो 3 ਦੀ ਘਾਤ 3 ਨੂੰ ਆਪਾਂ ਕੀ ਲਿਖ ਸਕਦੇ ਹਾਂ? 3 ਗੁਣਾ 3 ਗੁਣਾ 3। ਠੀਕ ਹੈ, 3 ਤੀਆ 9, 9 ਤੀਆ 27। तो ਇਹ ਸਾਡੇ ਕੋਲ ਬਣ ਗਿਆ 27। दैट मीन्स 9 रेज़ टू पावर 3/2। 9 ਦੀ ਘਾਤ 3/2 ਇਹ ਸਾਡੇ ਕੋਲ 27 ਦੇ ਬਰਾਬਰ ਬਣਦਾ। ਇਹਦਾ ਉੱਤਰ ਜਿਹੜਾ ਸਾਡੇ ਕੋਲ ਉਹ ਕੀ ਹੈ? 27। ਠੀਕ, ਦੂਜਾ ਅਸੀਂ ਐਵੇਂ ਵੀ ਕਰ ਸਕਦੇ ਸੀ। हाँ जी,
ਅਸੀਂ ਐਵੇਂ ਵੀ ਕਰ ਸਕਦੇ ਸੀ ਕਿ ਸਾਡੇ ਕੋਲ 9 ਦੀ ਘਾਤ 3/2 ਸੀ, ਤਾਂ ਇਹਨੂੰ ਅਸੀਂ ਲਿਖ ਸਕਦੇ ਸੀ 9 ਦਾ ਵਰਗਮੂਲ, 9 ਦੀ ਘਾਤ 1/2 ਫਿਰ ਸਾਰੇ ਦੀ ਘਾਤ 3, ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਹੈ। ਠੀਕ ਹੈ, ਤਾਂ 9 ਦਾ ਜਿਹੜਾ ਵਰਗਮੂਲ ਹੈ ਉਹ ਸਾਡੇ ਕੋਲ ਕੀ ਹੁੰਦਾ ਹੈ, 9 ਦਾ ਵਰਗਮੂਲ ਸਾਡੇ ਕੋਲ ਹੁੰਦਾ 3, ਤਾਂ ਇਹ 3 ਦੀ ਘਾਤ 3 ਆ ਜਾਣਾ ਸੀ। ਫਿਰ ਵੀ ਇਹਦਾ ਜਿਹੜਾ ਆਂਸਰ ਹੈ ਸਾਡੇ ਕੋਲ ਉਹ ਕੀ ਬਣਨਾ ਸੀ, 27 ਹੀ ਬਣਨਾ ਸੀ। ਠੀਕ ਹੈ, ਦੋਨੋਂ ਤਰੀਕਿਆਂ ਨਾਲ ਆਪਾਂ ਕਰ ਸਕਦੇ ਹਾਂ ਇਸ ਚੀਜ਼ ਨੂੰ। तो इस तो बाद इसे दा ही ਆਪਾਂ फोर्थ क्वेश्चन ਜਿਹੜਾ देखते हैं, सैकेंड ਤੇ थर्ड ਤੁਸੀਂ अपने आप करने ने हो जाएंगे, बहुत ईजीली हो जाएंगे। चौथा क्वेश्चन है साढ़े कोल 125 ਦੀ ਘਾਤ -1/3, ठीक है, 125 रेज़ टू पावर -1/3। हाँ जी, तो ये ਹੁਣ ਪਹਿਲਾਂ ਤਾਂ 125 ਦੇਖੋ ਕਿ 125 ਨੂੰ ਆਪਾਂ ਕੀ ਕਿਸੇ ਸੰਖਿਆ ਦਾ ਘਣ ਲਿਖ ਸਕਦੇ ਹਾਂ, ਤਾਂ ਬਿਲਕੁਲ ਲਿਖ ਸਕਦੇ ਹਾਂ। 125 ਨੂੰ ਮੈਂ ਲਿਖ ਸਕਦਾ 5 ਦੀ ਘਾਤ 3। ਠੀਕ ਹੈ, ਪਿਛਲੇ ਸਵਾਲ 'ਚ ਵੈਸੇ ਮੈਂ ਤੁਹਾਨੂੰ ਪੁੱਛਿਆ ਸੀ, ਚਲੋ ਇੱਥੇ ਦੱਸ ਦਿੱਤਾ। 5 5 25, 25 5 125। ਠੀਕ ਹੈ, ਤਾਂ 125 ਨੂੰ ਲਿਖਿਆ ਜਾ ਸਕਦਾ 5 ਦੀ ਘਾਤ 3, ਤੇ ਬਾਹਰ ਮੇਰੇ ਕੋਲ ਜਿਹੜੀ ਘਾਤ ਹੈ ਉਹ ਹੈ 1/-1/3। तो ਇਹ ਕੀ ਹੋ ਜਾਏਗਾ 5 रेज़ टू पावर 3 इंटू -1/3। ठीक है, तो ये 3 ਦੇ ਨਾਲ 3 ਕੱਟਿਆ ਗਿਆ, ਸਾਡੇ ਕੋਲ ਬਚਿਆ ਕੀ, ਸਾਡੇ ਕੋਲ ਬਚਿਆ ਸਿਰਫ 5 ਦੀ ਘਾਤ ਘਟਾਓ 1। ਜਦੋਂ ਸਾਡੇ ਕੋਲ ਘਾਤ ਜਿਹੜੀ ਹੈ ਘਟਾਓ ਦੀ ਹੋਵੇ, ਘਟਾਓ ਦੀ ਘਾਤ ਨੂੰ ਅਸੀਂ ਜਮਾ ਦੀ ਘਾਤ ਬਣਾਉਣਾ ਚਾਹੁੰਦੇ ਹਾਂ, ਤਾਂ ਜਿਹੜਾ 5 ਹੈ ਉਹਨੂੰ ਮੈਂ 5/1 ਲਿਖ ਸਕਦਾ। ਠੀਕ ਹੈ, तो ਇਹ ਮੇਰੇ ਕੋਲ ਬਣ ਜਾਏਗਾ 1/5। ठीक, मतलब अगर मेरे को a/b रेज़ टू पावर -1 है तो a b/a ਦੇ ਬਰਾਬਰ ਹੁੰਦਾ ਹੈ। ठीक है, b/a ਦੇ ਬਰਾਬਰ। ਨੈਗੇਟਿਵ ਸਾਈਨ ਅਗਰ ਅਸੀਂ ਹਟਾਉਣਾ ਹੋਵੇ, ਅਗਰ ਮੇਰੇ ਕੋਲ a/b -2/3 ਹੈ, ਤਾਂ ਫਿਰ ਵੀ ਇਹਨੂੰ ਅਸੀਂ b/a ਦੀ ਘਾਤ 2/3 ਲਿਖ ਸਕਦੇ ਹਾਂ। ਠੀਕ ਹੈ, ਸਿਰਫ ਨੈਗੇਟਿਵ ਸਾਈਨ ਜਿਹੜਾ ਉਹ ਪੋਜ਼ਿਟਿਵ ਹੋ ਜਾਏਗਾ, ਉਹ ਘਾਤ ਦਾ, ਪਾਵਰ ਦਾ, ਤੇ ਅੰਦਰ ਵਾਲੀ ਜਿਹੜੀ ਆਧਾਰ ਹੈ ਸਾਡੇ ਕੋਲ ਕੁਆਂਟੀਟੀ ਅੰਦਰ ਵਾਲੀ ਜਿਹੜੀ, ਉਹਦਾ ਅਸੀਂ ਰੈਸੀਪ੍ਰੋਕਲ, ਉਹਦਾ ਉਲਟ ਕਰਮ ਜਿਹੜਾ ਉਹ ਲਿਖ ਲੈਣਾ ਹੁੰਦਾ ਹੈ। ਅਗਰ a/b ਹੈ ਤਾਂ b/a ਹੋ ਜਾਏਗਾ। ਇੱਥੇ ਸਾਡੇ ਕੋਲ 5 ਸੀ ਤਾਂ 1/5 ਜਾਂ 5/1 ਆਪਾਂ ਇਹਨੂੰ ਕਹਿ ਸਕਦੇ ਸੀ। ਠੀਕ ਹੈ, ਉਹ ਸਾਡੇ ਕੋਲ 1/5 ਹੋ ਗਿਆ। ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਜਿਹੜਾ ਆਨਸਰ ਹੈ 125 ਦੀ ਘਾਤ 1/-1/3 ਦਾ, ਇਹ ਸਾਡੇ ਕੋਲ ਕੀ ਹੈ 1/5। ठीक, तो ये सवाल का आंसर है। हाँ जी, तो तीजा सवाल आप देखते हैं। हुण सरल करो 2 की घात जी साडे कोल 2/3 है गुणा 2 की घात 1/5। ठीक है, ਇਹਦਾ ਅਸੀਂ हल करना है, किवें करना है वो देखते हैं ਆਪਾਂ। ਇਹਦੇ 'ਚ ਹੁਣ ਸਾਡੇ ਕੋਲ 2 ਸੰਖਿਆਵਾਂ ਦਿੱਤੀਆਂ ਹੋਈਆਂ ਨੇ। ठीक है, ਦੋਨਾਂ ਦਾ ਅਸੀਂ ਗੁਣਨਫਲ ਪਤਾ ਕਰਨਾ ਹੈ। ਤਾਂ ਪਹਿਲਾਂ ਇਹਦੇ ਚਾਰੋਂ ਸਵਾਲ ਜਿਹੜੇ ਉਹ ਮੈਂ ਕਰਾਂਗਾ। ਠੀਕ ਹੈ, ਤੇ पर तुसी 1 या 2 सवाल देख के उस तो पहला अगले सवाल जोड़े ट्राई जरूर कर लेने हैं, अपने आप करने की कोशिश करनी है। जे हो गए तो बहुत वधिया, चैक करने वास्ते तुसी अगे वीडियो नूं देख सकते हो, नहीं तो चैक करने वास्ते वीडियो नूं अगे देख सकते हो, या अगर क्वेश्चन नहीं सॉल्व होंगे फिर भी तुसी अगे देखना, बट पहला एक बार अपने आप ट्राई जरूर करनी है। ठीक है, कोशिश जरूर करनी है। तो देख, तो तीजे का पहला जोड़ा सवाल है साडे कोल की है 2 की घात 2/3 गुणा 2 की घात 1/5। ठीक है, तो इनू असी हुण की करना है हल। 2 रेज़ टू पावर 2/3 इंटू 2 रेज़ टू पावर 1/3 1/5। तो आप गल करके आए हैं कि अगर साडे कोल आधार बराबर होण तो उहदियां घातां दा आपस विच जोड़ हो जाता है, तो यह साडे कोल 2 की घात की हो जाएगा 2/3 जमा 1/5। ठीक है, 2/3 जमा 1/5 ਜਿਹੜੀਆਂ ਘਾਤਾਂ ਨੇ ਦੋਨੋਂ ਆਪਸ ਦੇ ਵਿੱਚ, ਇਹਨਾਂ ਦਾ ਅਸੀਂ ਜੋੜ ਕਰ ਦਾਂਗੇ। तो ਇਹਨਾਂ ਦਾ ਜੋੜ ਕਰਨ ਲਈ ਕੀ ਕੀਤਾ ਜਾਏਗਾ, ਆਧਾਰ ਜਿਹੜਾ 2 ਹੈ ਉਹ ਤਾਂ 2 ਹੀ ਰਹੇਗਾ। ਉੱਪਰ ਅਸੀਂ ਇੱਧਰ ਵਾਲੇ ਹਰ ਨੂੰ ਇੱਧਰ ਗੁਣਾ ਕਰਾਂਗੇ, 5 ਨੂੰ 2 ਨਾਲ ਗੁਣਾ ਕਰਾਂਗੇ, 3 ਨੂੰ 1 ਨਾਲ ਗੁਣਾ ਕਰਾਂਗੇ, ਫਿਰ ਇਹਨਾਂ ਦੋਨਾਂ ਨੂੰ ਆਪਸ ਗੁਣਾ ਕਰਾਂਗੇ। ਠੀਕ ਹੈ, ਪਿੰਨਾਂ ਨੂੰ ਕਿਵੇਂ ਆਪਾਂ ਗੁਣਾ ਕਰਦੇ ਹਾਂ, ਪ੍ਰਮੇਯ ਸੰਖਿਆਵਾਂ ਨੂੰ ਆਪਾਂ ਨੂੰ ਪਤਾ ਹੀ ਹੈ। तो ये 2 × 5 जमा 1 × 3 वटा की आ जाएगा 3 × 5। ठीक, तो ये साडे कोल बन जाता है 2 की घात 10 जमा 3/15 5 × 15। तो अल्टीमेटली ये बनेगा 2 की घात 13/15। लो जी, ठीक, तो ਇਹਦਾ मतलब ਜਿਹੜਾ ਪਹਿਲਾ ਸਾਡੇ ਕੋਲ ਸਵਾਲ ਹੈ 2 की घात 2/3 गुणा 2 की घात 1/5, ਇਹਦਾ जो उत्तर है ਸਾਡੇ ਕੋਲ ਉਹ ਕੀ ਬਣੇਗਾ 2 की घात 13/15।
ठीक। इस तो बाद दूजा सवाल, दूजा सवाल साडे कोल है 1/3 ਦੀ ਘਾਤ 3 फिर सारे ਦੀ ਘਾਤ ਜਿਹੜੀ ਉਹ 7 है। ठीक। तो ਇਹਦੇ 'ਚ ਆਪਾਂ ਕੀ ਕਰਨਾ ਹੈ ਇਹ ਦੇਖਦੇ ਹਾਂ ਪਹਿਲਾਂ। ਇਹਦੇ 'ਚ ਜਿਹੜੀ ਘਾਤ 7 ਹੈ ਬਾਹਰ, ਜਦੋਂ ਸਾਡੇ ਕੋਲ ਅਗਰ a/b ਹੈ ਔਰ ਇਹਦੀ ਘਾਤ ਸਾਡੇ ਕੋਲ ਹੈ m, ਤਾਂ ਅਸੀਂ ਇਹਨੂੰ ਲਿਖ ਸਕਦੇ ਹਾਂ a ਦੀ ਘਾਤ m ਬਟਾ b ਦੀ ਘਾਤ m। तो इसी तरह इस सवाल ਦੇ ਵਿੱਚ ਵੀ ਆਪਾਂ ਇਹਨੂੰ ਲਿਖ ਸਕਦੇ ਹਾਂ 1 ਦੀ ਘਾਤ 7 ਬਟਾ 3 ਦੀ ਘਾਤ 3 और फिर ਇਹਦੀ ਘਾਤ 7। ठीक। तो ये साडे कोल 1 ਦੀ ਘਾਤ 7 बनेगा, हेठां साडे कोल ये दोनों पावर्स ਜਿਹੜੀਆਂ आपस गुणा हो ਜਾਂਦੀਆਂ ਤੇ 7 ਤੇ 21 हो जाएगा। ठीक है। ਇਹਦੀ ਵੀ ਗੱਲ ਆਪਾਂ ਪਹਿਲਾਂ ਕਰ ਆਏ ਹਾਂ। 7 ਤੇ 21, तो 1 ਦੀ ਘਾਤ ਅਗਰ ਅਸੀਂ 7 ਕਰਦੇ ਹਾਂ ਤਾਂ ਸਾਡੇ ਕੋਲ 1 ਦੇ ਬਰਾਬਰ ਹੀ ਰਹੇਗਾ, ਬਟ ਹੇਠਾਂ ਸਾਡੇ ਕੋਲ ਜਿਹੜਾ ਉਹ 3 ਦੀ ਘਾਤ ਹੈ ਸਾਡੇ ਕੋਲ ਉਹ 21 ਹੋ ਜਾਂਦੀ। ठीक है। ਇਹਨੂੰ ਅਸੀਂ 1/3 ਦੀ ਘਾਤ 21 ਵੀ ਲਿਖ ਸਕਦੇ ਹਾਂ। ठीक। क्योंकि 1 ਦੀ ਘਾਤ 21 ਕੀਤੀ ਉਹ ਤਾਂ 21 रहेगा ਸਾਡੇ ਕੋਲ। ठीक। तो अगर ਸਾਡੇ ਕੋਲ ਅੰਦਰ ਇਸ ਤਰ੍ਹਾਂ 1/3 ਹੈ, ਇਹਨੂੰ ਅਗਰ ਮੈਂ 3 ਲਿਖ ਦਿਆਂ 3/1, ਤਾਂ ਉਹਦੇ ਨਾਲ ਹੋਏਗਾ ਕਿ ਇਹ ਵੀ ਆਪਾਂ ਗੱਲ ਪਹਿਲਾਂ ਕਰਕੇ ਆਏ ਹਾਂ, ਅਗਰ ਅੰਦਰ ਵਾਲੀ ਕੁਆਂਟੀਟੀ ਜਿਹੜੀ ਸਾਡੇ ਕੋਲ ਹੈ, ਅੰਦਰ ਵਾਲਾ ਜਿਹੜਾ ਸਾਡੇ ਕੋਲ ਆਧਾਰ ਹੈ, ਅਗਰ ਉਹਦਾ ਅਸੀਂ ਰੈਸੀਪ੍ਰੋਕਲ ਉਲਟ ਕਰਮ ਲੈਂਦੇ ਹਾਂ ਤਾਂ ਸਾਡੇ ਕੋਲ ਜਿਹੜੀ ਘਾਤ ਹੈ ਉਹਦਾ ਸਾਈਨ ਚੇਂਜ ਹੋ ਜਾਂਦਾ ਹੈ। ਅਗਰ ਉਹ ਘਟਾਓ ਦੀ ਹੋਈ ਤਾਂ ਉਹਨੇ ਪਲੱਸ ਦੀ ਹੋ ਜਾਣਾ। ਠੀਕ ਹੈ। ਔਰ ਅਗਰ ਉਹ ਸਾਡੇ ਕੋਲ ਪਲੱਸ ਹੈ ਤਾਂ ਇਹ ਘਟਾਓ ਹੋ ਜਾਏਗੀ। ਠੀਕ। ਤਾਂ ਇਹ ਸਾਡੇ ਕੋਲ ਘਟਾਓ ਹੋ ਜਾਏਗੀ। ਸੋ 1/3 ਨੂੰ ਆਪਾਂ ਚੇਂਜ ਕਰਕੇ 3/1 ਲਿਖ ਲਿਆ, तो ਇਹਦਾ ਮਤਲਬ ਜਿਹੜੀ ਘਾਤ ਹੈ ਉਹ ਕੀ ਹੋ ਜਾਏਗੀ, ਉਹ ਪਹਿਲਾਂ 21 ਸੀ ਜਮਾ ਦਾ 21 ਤੇ ਹੁਣ ਸਾਡੇ ਕੋਲ ਘਟਾਓ ਦਾ 21 ਹੋ ਜਾਏਗਾ। ਸੋ ਇਸ ਢੰਗ ਦੇ ਨਾਲ 1/3 ਦੀ ਘਾਤ 3 ਸਾਰੇ ਦੀ ਘਾਤ 7 ਇਹ ਸਾਡੇ ਕੋਲ ਬਣਦਾ ਹੈ 3⁻⁻21। ਠੀਕ। 3 ਦੀ ਘਾਤ ਮਾਈਨਸ ਦੇ 21, ਇਹ ਸਾਡੇ ਕੋਲ ਇਸ ਸਵਾਲ ਦਾ ਆਨਸਰ ਹੈ। ਮੈਨੂੰ ਉਮੀਦ ਹੈ ਕਿ ਜਿਨ੍ਹਾਂ ਨੇ ਪਹਿਲਾਂ ਟਰਾਈ ਕਰ ਲਈ ਹੈ ਉਹਨਾਂ ਦਾ ਆਨਸਰ ਜਿਹੜਾ ਉਹ ਠੀਕ ਆਇਆ ਹੋਏਗਾ। ਅਗਰ ਨਹੀਂ ਆਇਆ ਤਾਂ ਕੋਈ ਦਿੱਕਤ ਨਹੀਂ ਹੈ, ਨੋਟ ਕਰੋ, ਇਸ ਦੀ ਪ੍ਰੈਕਟਿਸ ਕਰੋ ਤੇ ਅਗਲੀ ਵਾਰ ਜਿਹੜੇ ਆਨਸਰਸ ਹੈ ਤੁਹਾਡੇ ਉਹ ਸਹੀ ਆਣੇ ਚਾਹੀਦੇ ਨੇ। ਠੀਕ। ਇਸ ਤੋਂ ਬਾਅਦ ਤੀਜਾ ਸਵਾਲ ਸਾਡੇ ਕੋਲ ਹੈ थर्ड क्वेश्चन साडे कोल है 11 ਦੀ ਘਾਤ 1/2 और 11 ਦੀ ਘਾਤ 1/4। ठीक। तो ये भी आप गल पहला करके आए हैं। साडे कोल फॉर्मूला की हुंदा है, अगर a रेज़ टू पावर m है और हेठां a रेज़ टू पावर n है, अगर तो गुणा हो रहे दोनों फिर तो जिहड़ियां घातां वो जुड़ जांदियां ने। अगर इत्थे साडे कोल डिवीजन हो रही है, भाग हो रही है, तो जिहड़ियां साडे कोल पावर्स ने घातां ने वो की हो जाणगियां माइनस हो जाणगियां। तो ये 11 ਦੀ ਘਾਤ 1/2 ਤੇ 11 ਦੀ ਘਾਤ 1/4 ਇਹ ਸਾਡੇ ਕੋਲ ਕੀ ਬਣ ਜਾਏਗਾ 11 ਦੀ ਘਾਤ 1/2 ਘਟਾਓ 1/4। ठीक है। तो हुण असीं इन्हां नूं माइनस करना है, तो इधर साडे कोल 4 आ जाएगा, इधर 2 आ जाएगा। ठीक है ना। 4 नूं 1 नाल गुणा कीती तां 4, 2 नूं 1 नाल गुणा कीती तां 2, हेठां साडे कोल 2 ते 4 आपस च गुणा हो जाणगे। तो ये साडे कोल बन जाएगा 11 ਦੀ ਘਾਤ 2/8। ठीक है। और इसे नूं आपां लिख सकते हैं 11 ਦੀ ਘਾਤ 1/4। सो 11 रेज़ टू पावर 1/2 अपॉन 11 रेज़ टू पावर 1/4 इट इज इक्वल टू 11 रेज़ टू पावर 1/4। ये साडे कोल थर्ड क्वेश्चन का जिहड़ा आंसर है वो बन जाता है। ठीक। इस तो बाद आखिरी क्वेश्चन है साडे कोल इस चैप्टर का भी और इस एक्सरसाइज का भी, वो भी आपां देख लेने हैं। हाँ जी। चौथा क्वेश्चन है साडे कोल 7 ਦੀ ਘਾਤ 1/2 गुणा 8 ਦੀ ਘਾਤ 1/2। ठीक है। तो इस बार जिहड़ी घात है वो साडे कोल दोनों जगह इक्को जी है। ठीक है। घात इक्को जी है तो असी, हाँ जी, घात इक्को जी है तो फिर इहदे नाल असी की कर सकते हैं, असी आधार जिहड़े दोनों आधार ने साडे कोल बेस उन्हां नूं आपस गुणा कर देना ते घात नूं बाहर आपां एक बार लिख सकते हैं। तो ये साडे कोल 8 7 की बन जाएगा 56 और 56 ਦੀ ਘਾਤ 1/2 ये साडे कोल उत्तर है इस सवाल दा। ठीक है जी। तो मिलते हैं इस तो बाद अगले क्वेश्चन दे नाल, अगली वीडियो दे विच आपां अगले कॉन्सैप्ट दे नाल। उदों तक सत श्री अकाल।